ਸੂਹੀ ਮਹੱਲਾ ਪੰਜਵਾ। ਸੂਹੀ ਰਾਗ ਦੇ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਜਿਸ ਕੇ ਸਿਰ ਉਪਰ ਤੂੰ ਸੁਆਮੀ, ਵਾਹਿਗੁਰੂ ਜਿਸ ਮਨੁੱਖ ਦੇ ਸਿਰ ਦੇ ਉੱਪਰ ਤੂੰ ਮਾਲਕ ਹੈ, ਸੋ ਦੁੱਖ ਕੈਸਾ ਪਾਵੈ। ਭਾਵ ਆਪ ਰਾਖਾ ਹੋ ਕੇ ਖੜਾ ਹੈ, ਉਹ ਮਨੁੱਖ ਕਿਸ ਪ੍ਰਕਾਰ ਕੋਈ ਦੁੱਖ ਤਕਲੀਫ ਪਾ ਸਕਦਾ। ਭਾਵ ਉਸ ਨੂੰ ਲੋਕ ਪਰਲੋਕ ਕੋਈ ਤਕਲੀਫ ਨਹੀਂ ਹੋ ਸਕਦੀ ਹੈ, ਕਿਉਂਕਿ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨ ਸਕੈ ਕੋਏ। ਜਿਹਦਾ ਮਾਲਕ ਡਾਢਾ ਹੈ ਉਹਨੂੰ ਭਲਾ ਕੌਣ ਮਾਰ ਸਕਦਾ ਹੈ। ਭਾਈ ਮਰਦਾਨਾ ਸਾਹਿਬ ਜੀ ਨੂੰ ਕਈ ਵਾਰ ਮੁਸ਼ਕਲਾਂ ਪੇਸ਼ ਆਈਆਂ, ਪਰ ਸਤਿਗੁਰੂ ਨਾਨਕ ਦੇਵ ਜੀ ਨੇ ਹਾਜ਼ਰ ਨਾਜ਼ਰ ਹੋ ਕੇ ਹਰ ਮੁਸ਼ਕਿਲ ਦੇ ਵਿੱਚੋਂ ਭਾਈ ਸਾਹਿਬ ਨੂੰ ਕੱਢਿਆ। ਇੱਕ ਵਾਰ ਪਾਣੀ ਪੀਣ ਗਿਆ, ਫੜਿਆ ਗਿਆ ਅਸਾਮ ਦੇਸ਼ ਕਾਮਰੂਪ ਦੇ ਜਿੱਥੇ ਜਨਾਨੀਆਂ ਦਾ ਰਾਜ ਸੀ, ਅਤੇ ਉਹ ਪਾਣੀ ਦੇ ਘੜੇ ਉਹਨਾਂ ਸਿਰ 'ਤੇ ਰੱਖੇ ਹੋਏ ਸਨ, ਪਾਣੀ ਭਰਨ ਚੱਲੀਆਂ ਸੀ। ਅਤੇ ਭਾਈ ਮਰਦਾਨੇ ਨੇ ਮਾੜੇ ਕਰਮਾਂ ਨੂੰ ਪਾਣੀ ਮੰਗ ਲਿਆ। ਉਹ ਕਹਿਣ ਲੱਗੀਆਂ, ਇੱਕ ਕਹਿੰਦੀ ਮੇਰਾ, ਦੂਜੀ ਕਹਿੰਦੀ ਮੇਰਾ, ਤੀਜੀ ਕਹਿੰਦੀ ਮੇਰਾ ਮੇਰਾ ਕਰਦੀਆਂ ਨੇ। ਇੱਕ ਨੇ ਅੱਗੇ ਹੋਇਆ ਅਤੇ ਭਾਈ ਸਾਹਿਬ ਦੇ ਗਲ ਦੇ ਵਿੱਚ ਕਾਲਾ ਧਾਗਾ ਬੰਨ੍ਹਤਾ, ਉਹਨੂੰ ਭੇਡੂ ਬਣਾ ਕੇ ਆਪਣੇ ਘਰ ਵਿੱਚ ਬੰਨ੍ਹ ਲਿਆ ਸੀ। ਫਿਰ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਆਏ ਅਤੇ ਉਹਨਾਂ ਤਫਸ਼ੀਸ਼ ਕੀਤੀ, ਉਹ ਬੀਬੀ ਮੰਨੇ ਨਾ ਅਤੇ ਭੇਡੂ ਬਣਿਆ। ਭਾਈ ਮਰਦਾਨਾ ਅੰਦਰੋਂ ਬੋਲਿਆ, ਮਾਰੇ ਕਹਿੰਦੇ ਆ ਵੇਖ ਆਵਾਜ਼ ਤਾਂ ਆ ਰਹੀ ਹੈ। ਅੰਦਰ ਗਏ, ਆਖਿਆ ਵੀ ਇਹ ਤੂੰ ਕੀ ਬਣਿਆ ਹੋਇਆ। ਉਥਾ ਜਿਹਾ ਤਾਂ ਕਰਕੇ ਕਹਿਣ ਲੱਗਾ ਵੀ ਆ ਜਨਾਨੀ ਦਾ ਕਸੂਰ ਹੈ, ਮੈਂ ਘੋੜਾ ਪਾਲਾ ਪਾਣੀ ਮੰਗ ਬੈਠਾ, ਪਰ ਇਹਨੇ ਮੇਰੇ ਗਲ ਵਿੱਚ ਧਾਗਾ ਬੰਨਿਆ। ਗੁਰੂ ਸਾਹਿਬ ਨੇ ਭਾਈ ਬਾਲੇ ਨੂੰ ਆਖਿਆ, ਬਾਲਿਆ ਇਹਦਾ ਧਾਗਾ ਤੋੜ ਦੇ। ਧਾਗਾ ਤੋੜਿਆ, ਸਹੀ ਕੀਤਾ। ਅਤੇ ਜਦੋਂ ਜਨਾਨੀਆਂ ਗੁਰੂ ਸਾਹਿਬ ਵੱਲ ਆਈਆਂ ਵੀ ਇਹਨਾਂ ਦੇ ਵੀ ਧਾਗਾ ਬੰਨ੍ਹ ਦਈਏ, ਅਤੇ ਗੁਰੂ ਮਹਾਰਾਜ ਨੇ ਨਿਗਾਹ ਭਰ ਕੇ ਵੇਖਿਆ ਉਹਨਾਂ ਦੇ ਪਾਣੀ ਦੇ ਘੜੇ ਸਿਰਾਂ ਦੇ ਨਾਲ ਹੀ ਜੁੜ ਗਏ। ਬੜਾ ਜ਼ੋਰ ਲਾਇਆ ਉਹਨਾਂ। ਫਿਰ ਉਸ ਦੇਸ਼ ਦੀ ਰਾਣੀ ਨੂਰ ਸ਼ਾਹ ਨੂੰ ਸੁਨੇਹਾ ਭੇਜਿਆ। ਉਹ ਭੱਜੀ ਆਈ। ਪਹਿਲਾਂ ਉਹਨੇ ਸ਼ਕਤੀਆਂ ਭੇਜੀਆਂ, ਸਭ ਨਿਸਫਲ ਹੋਈਆਂ। ਫਿਰ ਆਪ ਆ ਕੇ ਉਹਨੇ ਸਾਹਮਣੇ ਹੋ ਕੇ ਸ਼ਕਤੀ ਵਰਤਾਉਣ ਦੀ ਕੋਸ਼ਿਸ਼ ਕੀਤੀ, ਪਰ ਨਾਕਾਮ ਰਹੀ। ਉਹ ਜਨਾਨੀਆਂ ਦੇ ਸਿਰ ਉੱਪਰੋਂ ਘੜਾ ਨਾ ਲਾ ਸਕੀ। ਆਖਰ ਗੁਰੂ ਸਾਹਿਬ ਨੂੰ ਵੱਡਾ ਜਾਣ ਕੇ ਉਹ ਚਰਨੀ ਬਈ, ਮਾਫੀ ਮੰਗੀ। ਕਹਿੰਦੀ ਜੀ ਭੁੱਲ ਬਖਸ਼ੋ, ਮੈਨੂੰ ਉਪਦੇਸ਼ ਬਖਸ਼ੋ। ਇਹਨਾਂ ਦੀ ਸਰਦਾਰਨੀ ਮੈਂ ਹਾਂ, ਇਹਨਾਂ ਦਾ ਕੋਈ ਕਸੂਰ ਨਹੀਂ, ਇਹਨਾਂ ਕੋਲੋਂ ਮੈਂ ਕੰਮ ਕਰਾਉਂਦੀ ਹਾਂ। ਸੋ ਮਹਾਰਾਜ ਨੇ ਉਹਨੂੰ ਉਪਦੇਸ਼ ਦਿੱਤਾ। ਮਹੱਲਾ ਪਹਿਲਾ। ਗੱਲੀਂ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੁੱਖ ਸੁਧਾ ਕਾਲੀਆ, ਬਾਹਰ ਚਟਵੀਆ, ਰੀਸਾ ਕਰੇ ਤਨਾੜੀਆਂ, ਜੋ ਸੇਵੈ ਅੰਦਰ ਖੜੀਆ। ਹੁੰਦੇ ਤਾਣ ਨਿਤਾਣੀਆਂ, ਰਹਿ ਨ ਮਾਨਣੀਆਂ ਹੈ। ਨਾਨਕ ਜਨਮ ਸਿਕਾਰਥ, ਜੇ ਤਿਨ ਕੇ ਸੰਗ ਮਿਲਾ। ਇਹ ਉਪਦੇਸ਼ ਦੇ ਕੇ ਉਹਨਾਂ ਨਾਲ ਪਾਰ ਉਤਾਰਾ ਕੀਤਾ। ਫਿਰ ਗੁਰਦੁਆਰਾ ਨਾਨਕਿਆਣਾ ਸਾਹਿਬ
ਕਲਯੁਗ ਨੇ ਭਿਆਨਕ ਰੂਪ ਹੋ ਕੇ ਗੁਰੂ ਸਾਹਿਬ ਨੂੰ ਦਿਖਾਲੀ ਦਿੱਤੀ। ਮਰਦਾਨਾ ਡਰ ਗਿਆ। ਮਾਰੇ ਕਹਿੰਦੇ ਤਾਤੀ ਵਾਹੁ ਨ ਲੱਗਈ ਪਾਰ ਬ੍ਰਹਮ ਸਰਨਾਈ। ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ। ਮਰਦਾਨਿਆ ਵਾਹਿਗੁਰੂ ਕਹਿ ਕੇ ਲਕੀਰ ਖਿੱਚਦੇ 4 ਚੁਫੇਰੇ ਅਤੇ ਵਿੱਚ ਬੈਠ ਜਾ, ਤੈਨੂੰ ਮੈਂ ਕੁਛ ਨਹੀਂ ਹੋਣ ਦਿਆਂਗਾ। ਫਿਰ ਉਹ ਕਲਯੁਗ ਸਹੀ ਰੂਪ ਦੇ ਵਿੱਚ ਨਿਮਰਤਾ ਚਾਹ ਕੇ ਮਹਾਰਾਜ ਦੇ ਚਰਨੀ ਪਿਆ। ਇੱਕ ਵਾਰ ਸਮੁੰਦਰ 'ਚ ਡੁੱਬਣੋਂ ਬਚਾਇਆ। ਸਮੁੰਦਰ 'ਤੇ ਲੈ ਤੁਰੇ। ਜਾਂ ਸੋਹੰਗ ਆਖੇ ਤਾਂ ਡੁੱਬੇ। ਫਿਰ ਮਨ ਨੇ ਆਖਿਆ ਵਾਹਿਗੁਰੂ ਕਹਿ। ਇੰਝ ਬੜੇ ਕੌਤਕ ਕੀਤੇ। ਕੌਡੀ ਰਾਖਸ਼ ਤੋਂ ਬਚਾਇਆ। ਵਲੀ ਕੰਧਾਰੀ ਗੁੱਸੇ ਹੋ ਗਿਆ। ਉਹਨੇ ਪੱਥਰ ਰੇੜਿਆ। ਪੰਜਾ ਸਾਹਿਬ ਲਾ ਕੇ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਵਲੀ ਕੰਧਾਰੀ ਦੇ ਗੁੱਸੇ ਤੋਂ ਬਚਾਇਆ। ਸੋ ਇੰਝ ਸਤਿਯੁਗ ਤੋਂ ਲੈ ਕੇ ਹੁਣ ਤੱਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਰਮਾਤਮਾ ਦਾ ਹੀ ਰੂਪ ਨੇ। ਅਤੇ ਸ਼ੁਰੂ ਤੋਂ ਵਾਹਿਗੁਰੂ ਆਪਣੇ ਸੇਵਕ ਕੀ ਆਪੇ ਰੱਖ ਆਪੇ ਨਾਮ ਜਪਾਵੈ। ਜੈ ਜੈ ਕਾਜ ਕਿਰਤ ਸੇਵਕੀ ਤਹਾਂ ਤਹਾਂ ਉਠਤਾਵੈ। ਸੇਵਕ ਕੋ ਨਿਕਟੀ ਹੋਏ ਦਿਖਾਵੈ। ਜੋ ਜੋ ਕਹਿ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੈ। ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ। ਭਗਤ ਧਰੂ ਨੂੰ ਰਾਜ ਦਿੱਤਾ। ਦੁਆਪਰ ਦੇ ਵਿੱਚ ਕੇਸੀ ਕੰਸ ਮਥਨ ਜਿਨ ਕੀਆ ਜੀਏ ਦਾਨ ਕਾਲੀ ਕੋ ਦੀਆ। ਕ੍ਰਿਸ਼ਨ ਭਗਵਾਨ ਦੇ ਰੂਪ ਦੇ ਵਿੱਚ ਕਈ ਦੈਂਤਾਂ ਨੂੰ ਮਾਰਿਆ ਅਤੇ ਕੇਸੀ ਦੇ ਕੰਸ ਦਾ ਖਾਤਮਾ ਕਰਕੇ ਸੰਤਾਂ ਭਗਤਾਂ ਨੂੰ ਬਚਾਇਆ। ਕਲਗੀਧਰ ਜੀ ਨੇ ਲਿਖਿਆ ਜਬ ਜਬ ਅਰਿਸ਼ਟ ਹੋਤ ਅਪਾਰਾ ਤਬ ਤਬ ਦੇਹ ਧਰਤੀ ਅਵਤਾਰਾ। ਜਦ ਪਾਪ ਉਪਦਰਵ ਖੜ੍ਹੇ ਹੋ ਜਾਂਦੇ ਦੁਨੀਆ ਵਿੱਚ, ਉਹਨਾਂ ਦਾ ਖਾਤਮਾ ਕਰਨ ਵਾਸਤੇ ਭਗਵਾਨ ਸਮੇਂ ਸਮੇਂ ਅਨੁਸਾਰ ਅਵਤਾਰ ਧਾਰਦਾ। ਸੋ ਤ੍ਰੇਤੇ ਦੇ ਵਿੱਚ ਵੇਖੋ ਰਾਵਣ ਸਮੇਤ ਕੁੰਭਕਰਨ ਮੇਘਨਾਥ ਆਦਿਕ ਦੈਂਤਾਂ ਦਾ ਖਾਤਮਾ ਕਰਕੇ ਧਰਤੀ ਦਾ ਭਾਰ ਉਤਾਰਿਆ। ਕਲਯੁਗ ਦੇ ਵਿੱਚ ਭਗਤ ਕਬੀਰ ਜੀ ਦੀ ਰੱਖਿਆ ਕੀਤੀ। ਭਗਤ ਨਾਮਦੇਵ ਜੀ ਨੂੰ ਹਾਥੀ ਅੱਗੇ ਬੰਨ੍ਹ ਕੇ ਸੁੱਟਿਆ। ਸਲੇਮ ਬਾਦਸ਼ਾਹ ਮਾਰਨ ਲੱਗਾ ਸੀ। ਜਾਂ ਕਹਿੰਦਾ ਗਾਂ ਜਿਉਂਦੀ ਕਰਦੇ 7.5 ਘੜੀਆਂ ਦਾ ਟਾਈਮ ਦਿੱਤਾ। ਸੋ 7 ਘੜੀ ਜਾ ਬੀਤੀ ਸੁਣੀ ਅਜ ਹੋ ਨਾ ਆਇਓ ਤੇਰੇ ਭਵਨ ਧਨੀ। 7 ਘੜੀਆਂ ਲੰਘ ਗਈਆਂ, ਅੱਧੀ ਘੜੀ ਰਹਿ ਗਈ 12 ਮਿੰਟ। 12 ਮਿੰਟ 'ਚ ਕੀ ਹੋ ਸਕਦਾ? ਪਰ ਨਹੀਂ, ਮਹਾਰਾਜ ਇੱਕ ਸਕਿੰਟ 'ਚ ਸਭ ਕੁਝ ਕਰ ਸਕਦਾ। 7 ਘੜੀਆਂ ਤੱਕ ਮਹਾਰਾਜ ਨਹੀਂ ਆਇਆ। ਫਿਰ ਉਸ ਤੋਂ ਬਾਅਦ ਨਾਮਦੇਵ ਨੇ ਬੇਨਤੀ ਕੀਤੀ ਤਾਂ ਪਖੰਤਨ ਬਾਜ ਬਜਾਏ ਲਾ ਗਰੁੜ ਚੜ੍ਹੇ ਗੋਬਿੰਦ ਆਏ ਲਾ। ਗਰੜ 'ਤੇ ਚੜ੍ਹ ਕੇ ਭਗਵਾਨ ਆਏ ਖੁਦ ਆਪ। ਕਹਿੰਦੇ ਕਹੇ ਤਾਂ ਤਰਨੇ ਕੌਡੀ ਕਰੋ ਕਹੇ ਤਾਂ ਲੇਕਰ ਉਪਰ ਧਰੋ। ਅਤੇ ਕਹੇ ਤਾਂ ਮੋਈ ਗੋ ਦੇ ਜੀਵਾਏ ਸਭ ਕੋਈ ਦੇਖੈ ਪਤੀ ਆਏ। ਜੇ ਤੂੰ ਕਹੇ ਤਾਂ ਮੈਂ ਧਰਤੀ ਨੂੰ ਪੁੱਠੀ ਕਰ ਦਿਆਂ, ਅਤੇ ਜੇ ਤੂੰ ਸਾਰੇ ਜੀਆਂ ਨੂੰ ਦੁੱਖ ਨਹੀਂ ਦੇਣਾ ਚਾਹੁੰਦਾ ਤਾਂ ਜਿਹੜੇ ਤੈਨੂੰ ਤੰਗ ਪਰੇਸ਼ਾਨ ਕਰ ਰਹੇ ਨੇ ਉਹਨਾਂ ਨੂੰ ਮੈਂ ਧਸਾ ਦਿਆਂ ਧਰਤੀ ਵਿੱਚ। ਗੱਲ ਕਰ ਕੀ ਕਰਾਂ? ਜੇ ਤੂੰ ਕਹੇ ਤਾਂ ਮਰੀ ਗਾਂ ਜਵਾਂਦਾ। ਕਹਿੰਦਾ ਮਹਾਰਾਜ ਆਪਾਂ ਕਿਸੇ ਦਾ ਬੁਰਾ ਕਿਉਂ ਕਰਨਾ, ਤੁਸੀਂ ਮਰੀ ਗਾਂ ਜਵਾ ਦਿਓ, ਸਾਰਾ ਹੀ ਝਗੜਾ ਖਤਮ ਹੋ ਜਾਏਗਾ। ਤਾਂ ਨਾਮਾ ਪਰਣਵੈ ਸੇਲ ਮਸੇਲ ਗਊ ਦੁਹਾਈ ਬਸ਼ਰਾ ਮੇਲ। ਉਹ ਗਾਂ ਜਿਉਂਦੀ ਹੋ ਕੇ ਖੜ੍ਹ ਗਈ, ਬੱਚਾ ਚੁੰਗਣ ਲੱਗ ਪਿਆ। ਫਿਰ ਉਹਨੂੰ ਚੋਇਆ
दूधे धोए जा मटकी भरी, ले बादशाह के आगे धरी, बादशाह हो महल में जाए। राजे लोगों ਨੂੰ ਕੀ ਕੋਈ ਗਰੀਬ ਪਿਆ ਸੜੇ ਸੜੇ। ਅੱਜ ਕੱਲ੍ਹ ਵੀ ਜੇਲ੍ਹਾਂ ਵਿੱਚ ਇਹੀ ਹੋ ਰਿਹਾ। ਸਾਡੇ ਸਿੰਘਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ ਨੇ, 4-4 5-5 ਸਾਲ ਹੋ ਗਏ ਸਜ਼ਾਵਾਂ ਪੂਰੀਆਂ ਹੋਈਆਂ ਨੂੰ ਕੋਈ ਜੇਲ੍ਹ 'ਚੋਂ ਬਾਹਰ ਕੱਢਣ ਦਾ ਨਾਂ ਨਹੀਂ ਲੈਂਦਾ। ਪਤਾ ਨਹੀਂ ਕੀ ਗੱਲ ਹੈ, ਜਾਂ ਸਾਡੇ ਆਪਣੇ ਨਹੀਂ ਆਉਣ ਦਿੰਦੇ ਤੇ ਮੁੰਡੇ ਫਿਰ ਲੜਨਗੇ। ਤੇ ਇਸ ਵਾਸਤੇ ਕਈਆਂ ਦੇ ਕੇਸ ਹੀ ਦੱਬੇ ਹੋਏ ਨੇ, ਚੱਲਦੇ ਹੀ ਨਹੀਂ। ਉਹ ਵਿਚਾਰੇ ਡੀਕਦੇ ਹਨ, ਜੇਲ੍ਹਾਂ ਭਰੀਆਂ ਹੋਈਆਂ ਹਨ। ਬੜੀ ਮੁਸ਼ਕਿਲ ਹੈ। ਵੱਡੇ ਬੰਦਿਆਂ ਨੂੰ ਕੀ, ਉਹ ਆਪਦੀਆਂ ਮੌਜਾਂ ਮਾਣਦੇ ਜਹਾਜ਼ਾਂ ਦੇ ਚੜ੍ਹ ਕੇ, ਕਦੀ ਸੱਜੇ ਕਦੀ ਖੱਬੇ। ਜਿਹੜਾ ਪਿਆ ਪਿਆਰ। ਪਹਿਲਾਂ ਉਹਨੇ ਆਖਿਆ ਸੀ ਕਿ ਮਰੀ ਗਾਂ ਜਿਵਾ ਦੇ ਅਤੇ ਮੈਂ ਤੈਨੂੰ ਛੱਡ ਦਿਆਂਗਾ। ਗਾਂ ਤਾਂ ਜਿਉਂਦੀ ਹੋ ਗਈ, ਪਰਮਾਤਮਾ ਨੇ ਕਿਰਪਾ ਕਰਤੀ। ਇੱਕ ਬਾਲਟੀ ਦੁੱਧ ਦੀ ਭਰ ਕੇ ਗੜ ਗੜ ਕਰਕੇ ਪੀ ਵੀ ਗਿਆ, ਮੁੜ ਕੇ ਮਹਿਲਾਂ ਜਾ ਕੇ ਸੌਂ ਗਿਆ। ਨਾਮਦੇਵ ਦਾ ਚੇਤਾ ਹੀ ਭੁੱਲ ਗਿਆ ਕਿ ਨਾਮਦੇਵ ਨੂੰ ਵੀ ਛੱਡਾਂ, ਵਿਚਾਰਾ ਜੇਲ੍ਹ 'ਚ ਅਜੇ ਸਲਾਖਾਂ ਥਾਣੀ ਬਾਹਰ ਵੇਖਦਾ, ਗਰੀਬ ਬੰਦਾ। ਦੁੱਧ ਪੀ ਕੇ ਸੌਣਾ ਕੋਈ ਚੰਗਾ ਥੋੜ੍ਹਾ ਹੁੰਦਾ। ਅਤੇ ਫਿਰ ਪਿਓਰ ਦੁੱਧ ਗਾਂ ਦਾ, ਉਹ ਪਤਾ ਨਹੀਂ ਢਿੱਡ 'ਚ ਸੂਲ ਜਿਹਾ ਉੱਠਿਆ। ਮਹਾਰਾਜ ਨੇ ਅੰਦਰ ਵਲੇਟਾ ਮਾਰਿਆ ਕਿ ਪੁੱਤ ਉੱਠ। ਇਹੋ ਜਿਹੀ ਦਰਦ ਹੋਈ, ਤੁਸੀਂ ਸੱਚ ਨਹੀਂ ਮੰਨਣਾ, ਵੀ ਜਾਨ ਹੀ ਜਿਸ ਤਰ੍ਹਾਂ ਨਿਕਲ ਜਾਂਦੀ ਹੋਵੇ। ਮੁੜ ਕੇ ਫਿਰ ਚੇਤਾ ਆਇਆ ਨਾਮਦੇਵ ਦਾ, ਭੱਜਾ ਭੱਜਾ ਆਇਆ, ਕਹਿਣ ਲੱਗਾ ਮੈਨੂੰ ਬਖਸ਼ ਲੈ। ਬਖਸ਼ੀ ਹਿੰਦੂ ਮੈਂ ਤੇਰੀ ਗਾਏ। ਜਿਵੇਂ ਹਿੰਦੂ ਗਾਂ ਨੂੰ ਆਪਦੀ ਮਾਤਾ ਇਸ਼ਟ ਸਮਝ ਕੇ ਉਹਦੀ ਪੂਜਾ ਕਰਦੇ ਨੇ, ਉਹਦੇ 'ਤੇ ਤਰਸ ਕਰਦੇ ਨੇ, ਅਤੇ ਮੈਂ ਤੇਰੀ ਗਾਂ ਹੀ ਹਾਂ, ਤੂੰ ਮੇਰੇ 'ਤੇ ਰਹਿਮ ਕਰ, ਮੇਰੀ ਦਰਦ ਠੀਕ ਕਰ। ਤਾਂ ਨਾਮਦੇਵ ਜੀ ਕਹਿਣ ਲੱਗੇ ਤੂੰ ਤਾਂ ਸਾਡਾ ਚੇਤਾ ਹੀ ਭੁਲਾ ਲਿਆ। ਸੋ ਵਾਹਿਗੁਰੂ ਦੇ ਵੱਸ ਹੈ। ਉਹਨੇ ਆਖਿਆ ਵੀ ਇਹਨੂੰ ਛੱਡ ਦਿਓ। ਕਿਉਂ ਨਾਮਦੇਵ ਨੂੰ ਆਜ਼ਾਦ ਕਰਤਾ ਅਤੇ ਰਾਜੇ ਦਾ ਸੂਲ ਠੀਕ ਹੋ ਗਿਆ। ਕਿ ਉਹ ਮਹਾਰਾਜ ਨੇ ਉਹਦੇ ਢਿੱਡੀ ਪੀੜਾਂ ਪਾਤੀਆਂ ਵੀ ਪੁੱਤ ਤੂੰ ਮੇਰੇ ਭਗਤ ਨੂੰ ਤਾਂ ਦੁਖੀ ਕਰ ਰਿਹਾ, ਆਪ ਤੂੰ ਸੁੱਖ ਦੇ ਨਾਲ ਸੁੱਤਾ ਪਿਆ। ਸੰਤਨ ਦੁੱਖ ਪਾਏ ਅਤੇ ਦੁਖੀ ਸੁੱਖ ਪਾਏ, ਸਾਧਨ ਕੇ ਸੁਖੀ। ਸੰਤਾਂ ਦੇ ਦੁਖੀ ਹੋਣ ਤੋਂ ਭਗਵਾਨ ਆਪ ਵੀ ਦੁਖੀ ਹੋ ਜਾਂਦਾ। ਜਦ ਸੰਤਾਂ ਨੂੰ ਸੁੱਖ ਮਿਲੇ ਤਾਂ ਆਪ ਵੀ ਸੁਖੀ ਹੋ ਜਾਂਦਾ। ਸੁਲਤਾਨਪੁਰ ਲੋਧੀ ਗੁਰਦੁਆਰਾ ਬੀਰ ਸਾਹਿਬ, ਜਿਹੜੀ ਪੁਰਾਤਨ ਬੀਰ ਹੈ ਮਹਾਰਾਜ ਦੇ ਵੇਲੇ ਦੀ, ਉਹਦੇ 'ਚੋਂ ਅਜੇ ਵੀ ਖੂਨ ਟਪਕਦਾ। ਆ ਹੁਣ ਕਰੋਨਾ ਕਰਕੇ ਦੁਨੀਆ ਤਰਾਹ ਤਰਾਹ ਕਰਦੀ ਪਈ ਹੈ। ਉਹ ਬਲਾ ਪਤਾ ਨਹੀਂ ਅਜੇ ਗਈ ਕਿ ਨਹੀਂ ਗਈ, ਜਿੱਧਰੋਂ ਆਈ ਸੀਗੀ। ਆ ਨਵੀਂ ਬਲਾ ਖੜੀ ਹੋਈ, ਉਹਦੇ ਨਾਲ ਤਾਂ ਕੋਈ ਪਤਾ ਨਹੀਂ ਮਰਿਆ ਨਹੀਂ, ਰੌਲਾ ਜ਼ਿਆਦਾ ਸੀਗਾ। ਤਾਂ ਹੁਣ ਤਾਂ ਧੜਾ ਧਾੜੀ ਤੁਰੇ ਜਾ ਰਹੇ ਨੇ। ਆ ਡੇਂਗੂ ਜਿਹਾ ਕਰੋ ਘਰ ਬਿਮਾਰੀ, ਪਤਾ ਨਹੀਂ ਪਰਮਾਤਮਾ ਦੀ ਕੀ ਕਰੋਪੀ। ਦੁਨੀਆ ਨੇ ਕਿੰਨੇ ਕੁ ਮਾੜੇ ਕਰਮ ਕੀਤੇ, ਮਹਾਰਾਜ ਬਖਸ਼ ਲਏ। ਉਹ ਬੀਰ ਸਾਹਿਬ ਦੇ ਵਿੱਚੋਂ ਖੂਨ ਟਪਕਦਾ ਹੈ। ਆ ਥੋੜ੍ਹੇ ਦਿਨ ਹੋਏ ਕੋਈ ਦਿਖਾ ਰਿਹਾ ਸੀ, ਪੂਰਾ ਐਂ ਗਾੜਾ ਲਾਲ ਖੂਨ ਦਰੱਖਤ ਦੇ ਵਿੱਚੋਂ। ਕੀ ਮਤਲਬ ਹੋਇਆ ਨਿਕਲਣ ਦਾ, ਪਰ ਉਹ ਥੱਲੇ ਚਿੱਕੜ ਹੋਇਆ ਪਿਆ, ਦਰੱਖਤ ਦੇ ਵਿੱਚੋਂ ਉਹ ਨਿਕਲ ਰਿਹਾ ਹੈ। ਸੋ ਇਸ ਵਾਸਤੇ ਮਹਾਰਾਜ ਵੀ ਦੁੱਖ ਮਨਾਉਂਦਾ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਨੇ ਆਪ ਹੀ ਭਵਿੱਖਬਾਣੀ ਕੀਤੀ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵਿੱਚ ਲਾਲੋ। ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵਿੱਚ ਲਾਲੋ। ਸ਼ਰਮ ਧਰਮ ਦੋ ਛਪ ਖਲੋਏ, ਕੂੜ ਫਿਰੇ ਪ੍ਰਧਾਨ ਵਿੱਚ ਲਾਲੋ। ਕਾਜੀਆਂ ਬਾਹਮਣਾ ਕੀ ਗਲ ਥਕੀ, ਅਗਦ ਪੜ੍ਹੇ ਸ਼ੈਤਾਨ ਵਿੱਚ ਲਾਲੋ। ਮੁਸਲਮਾਨੀਆਂ ਪੜ੍ਹੇ ਕਤੇਬਾਂ, ਕਸ਼ਟ में करे खुदाई वे लालो। जात सनाती होर हिदवाणियाँ, ਇਹ भी लेखा लाए वे लालो। खून के सोहले गाविया नानक, रत का कुंगू पाए वे लालो। साहिब के गुण नानक गावे, मासपुरी विच आख मसोला।
जिन उपाई रंग रवाई, बैठा वेखे वख अकेला, सच्चा सो साहिब सच तपावस, सचड़ा न्याऊ करेग मसोला, काया कपड़ टुक टुक होसी, हिद सतान समालसी बोला, आमन 78 जान 97 होर भी उठसी मर्द का चेला, सच की बाणी नानक आखै, सच सुनाई सी सच की बेला। खुद आप भविष्यवाणी की ते जद दुनिया नूं मार पई, कतलेआम होया, बाबर की दुहाई फिरी ते बड़ियां दी बेपत्ती होई, बड़ियां नूं धोया घसीटिया गया, कैद में सुट्टिया गया, तो उदों महाराज नूं तरस भी आ गया। आसा महला पहला, खुरासान खसमाना किया। मां बच्चे नूं झड़कदी है, कदी वार थप्पड़ भी जड़ दिंदी है, फड़ के डंडा ਉਹਦੇ ਭਗਾਤਾ ਮੋਰਾਂ 'ਚ ਮਾਰਦੀ ਹੈ। ਜਦ ਉਹ ਰੋਣ ਲੱਗ ਪੈਂਦਾ ਮੁੜ ਕੇ ਚੁੱਪ ਵੀ ਆਪ ਹੀ ਕਰਾਉਂਦੀ ਹੈ। ਕਿ ਉਹ ਮਹਾਰਾਜ ਦੁਨੀਆ ਨੂੰ ਮੱਤ ਵੀ ਆਪ ਹੀ ਦਿੰਦਾ। ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੈ ਬਸ। ਜਦ ਫਿਰ ਦੁਨੀਆ ਮਰਦੀ ਹੈ, ਤਰਾ ਤਰਾ ਕਰਦੀ, ਅਰਦਾਸ ਕਰਦੀ, ਮੁੜ ਕੇ ਸੁਣਦਾ ਵੀ ਆਪ ਹੀ ਹੈ। ਇਹ ਵਾਹਿਗੁਰੂ ਦੀ ਖੇਡ ਹੈ, ਇਹ ਉਹਦਾ ਕੌਤਕ ਹੈ। ਆਪਣਾ ਖੇਲ ਆਪ ਕਰ ਦੇਖਿਆ, ਆਪੇ ਰਚਨ ਰਚਾਇਆ। ਉਦੋਂ ਮਹਾਰਾਜ ਸੱਚੇ ਪਾਤਸ਼ਾਹ ਚੰਗੇ ਭਲੇ ਬੈਠੇ ਈਮਨਾਬਾਦ ਦੇ ਸ਼ਹਿਰ ਦੇ ਬਾਹਰ ਭਾਈ ਲਾਲੋ ਸਮੇਤ ਇੱਕ ਸ਼ਾਹੂਕਾਰ ਸਮੇਤ। ਆਖਿਆ ਭਾਈ ਬਾਲਾ ਤੇ ਮਰਦਾਨਾ ਜੀ ਚਲੋ ਚੱਲੀਏ। ਦੁਨੀਆ ਨੂੰ ਮਾਰ ਪੈ ਰਹੀ ਹੈ, ਦੁਨੀਆ ਵਿਚਾਰੀ ਰੋ ਰਹੀ, ਤੰਗ ਹੋ ਰਹੀ। ਆਪਾਂ ਇੱਥੇ ਬਾਹਰ ਬੈਠੇ ਤਮਾਸ਼ਾ ਵੇਖ ਰਹੇ ਹਾਂ। ਜੇ ਆਪਾਂ ਨਹੀਂ ਬੋਲਾਂਗੇ ਤਾਂ ਫਿਰ ਕੌਣ ਬੋਲੇਗਾ? ਬਾਬਰ ਅੱਗੇ ਕੋਈ ਆਮ ਬੰਦਾ ਤਾਂ ਬੋਲ ਨਹੀਂ ਸਕਦਾ। ਚਲੋ ਚੱਲੀਏ। ਉਹਨਾਂ ਕੈਦੀਆਂ 'ਚ ਆਪ ਵੀ ਹੋ ਤੁਰੇ, ਸਿਰ 'ਤੇ ਪੰਡ ਚੁਕਾਤੀ ਮਹਾਰਾਜ ਦੇ ਵੀ। ਮਰਦਾਨੇ ਨੂੰ ਅੜੀਅਲ ਘੋੜਾ ਫੜਾਤਾ। ਨਾਲੇ ਮਰਦਾਨਾ ਵਿਚਾਰਾ ਵੇਖੇ ਘੋੜੇ ਵੱਲ, ਨਾਲੇ ਤੁਰੇ ਉਹ ਤੁਰੇ ਨਾ, ਅਤੇ ਨਾਲੇ ਵੇਖ ਕੇ ਰੋਏ। ਬੜਾ ਉਦਾਸ। ਕਹਿੰਦਾ ਮਹਾਰਾਜ ਵੀ ਚੰਗੀ ਮੁਸ਼ਕਿਲ 'ਚ ਪਾਇਆ। ਕਹਿੰਦੇ ਰਬਾਬ ਜਾ ਕੀਰਤਨ ਕਰੀਏ। ਕਹਿੰਦਾ ਮਹਾਰਾਜ ਵੀ ਜੇ ਮੈਂ ਬਚਣਾ ਤਾਂ ਤੁਸੀਂ ਮੈਨੂੰ ਜਾਣ ਬੁੱਝ ਕੇ ਮਰਾਉਣਾ ਚਾਹੁੰਦੇ ਹੋ। ਜੇ ਮੈਂ ਘੋੜਾ ਛੱਡਤਾ, ਘੋੜਾ ਗਿਆ ਭੱਜ, ਇਹ ਕੋਈ ਕੀਰਤਨ ਦਾ ਟਾਈਮ ਹੈ? ਦੱਸੋ। ਤੁਸੀਂ ਵੀ ਸਮਾਂ ਨਹੀਂ ਦੇਖਦੇ। ਜੇ ਮਹਾਰਾਜ ਮੈਂ ਰਬਾਬ ਵਜਾਈ, ਮੈਂ ਰਬਾਬ ਫੜੂੰਗੇ, ਘੋੜਾ ਫੜੂੰ, ਇੱਥੇ ਕੀਰਤਨ ਸੁੱਝਦਾ? ਮਹਾਰਾਜ ਕਹਿੰਦੇ ਘਬਰਾਉਂਦਾ ਕਿਉਂ ਭਾਈ ਗੁਰਮੁਖਾ? ਆ ਪੰਡ ਵੇਖੀਓ। ਉਹ ਪੰਡ ਸਵਾ ਗਿੱਠ ਤਾਂ ਹੋ ਗਈ ਮਹਾਰਾਜ ਤੋਂ। ਕਹਿੰਦੇ ਘੋੜਾ ਛੱਡ ਦੇ, ਕਿਤੇ ਨਹੀਂ ਜਾਂਦਾ। ਕੀਰਤਨ ਸੁਣਾਈਏ ਇਹਨੂੰ ਆਪਾਂ, ਇਹ ਤੇਰੇ ਮਗਰ ਮਗਰ ਭੱਜਾ ਆਊਗਾ। ਆਸਾ ਮਹੱਲਾ ਪਹਿਲਾ, ਖੁਰਾਸਾਨ ਖਸਮਾਨਾ ਕੀਆ, ਹਿੱਦ ਸਤਾਨ ਡਰਾਇਆ, ਆਪੈ ਦੋਸ ਨ ਦੇਈ ਕਰਤਾ, ਜਮ ਕਰ ਮੁਗਲ ਚੜਾਇਆ, ਇਤੀ ਮਾਰ ਪਈ ਕਰ ਲਾਣੇ, ਤੈਂਗੀ ਦਰਦ ਨਾ ਆਇਆ। ਕਹਿੰਦੇ ਇੰਨੀ ਮਾਰ ਪਈ ਦੁਨੀਆ ਨੂੰ ਮਹਾਰਾਜ, ਤੈਨੂੰ ਤਰਸ ਹੀ ਨਹੀਂ ਆਇਆ, ਤੈਨੂੰ ਦਰਦ ਹੀ ਨਹੀਂ ਆਇਆ। ਮੈਨੂੰ ਤਾਂ ਬੜਾ ਦੁੱਖ ਲੱਗਾ। ਆਸਾ ਮਹੱਲਾ ਪਹਿਲਾ, ਕਰਤੀ ਅਸ਼ਟਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ। ਜਿਨ ਸਿਰ ਸੋਹਣ ਪਟੀਆਂ, ਮੰਗੀ ਪਾਏ ਸੰਧੂਰ, ਸੇ ਸਿਰ ਖਾਤੀ ਮੁਨੀਅਨ, ਗਲ ਵਿੱਚ ਆਵੇ ਧੂੜ, ਮਹਿਲਾਂ ਅੰਦਰ ਹੁੰਦੀਆਂ, ਹੁਣ ਬਹਿਲ ਨਾ ਮਿਲਣਾ ਹੈ ਦੂਰ। ਆਦੇਸ ਬਾਬਾ ਆਦੇਸ, ਆਦਿ ਪੁਰਖ ਤੇਰਾ ਅੰਦਰ ਨ ਪਾਇਆ, ਕਰ ਕਰ ਦੇਖੈ ਵੇਸ ਰਹਾ। ਜਦੋਂ ਸੀਆਂ ਵੇ ਆਈਆਂ, ਲਾੜੇ ਸੋਹਣ ਪਾਸ, ਇਹ ਡੋਲੀ ਚੜ੍ਹਾਈਆਂ, ਦੰਦ ਖੜ ਕੀਤੇ ਰਾਸ। ਉੱਪਰੋਂ ਪਾਣੀ ਵਾਰੀ ਹੈ, ਚੱਲੇ ਚਮਕਣ ਪਾਸ। 1 ਲੱਖ ਲੈਣ ਬੈਠੀਆਂ, ਲੱਖ ਲੈਣ ਖੜੀਆਂ, ਗਰੀ ਸ਼ੁਹਾਰੇ ਖਾਂਦੀਆਂ, ਮਰਨ ਸੇਜੜੀਆਂ, 3 ਗਲ ਸਿਲਕਾਂ ਪਾਈਆਂ, ਟੁੱਟਣ ਮੌਤ ਸਰੀਆ। ਇਹ ਕਾਰਨ ਕੀ ਬਣਿਆ? ਕਿਉਂ ਇਹਨਾਂ ਨੂੰ ਦੁੱਖ ਮਿਲਿਆ? ਕਿਉਂਕਿ ਰੱਬ ਨੂੰ ਭੁੱਲ ਬੈਠੇ ਸੀ। ਪਰਮਾਤਮਾ ਨਹੀਂ ਚਾਹੁੰਦਾ ਕਿ ਇਨਸਾਨ ਦੁਖੀ ਹੋਏ। ਅਸੀਂ ਆਪਦੇ ਕਰਮਾਂ ਕਰਕੇ ਦੁਖੀ ਹੁੰਦੇ ਹਾਂ, ਜੋ ਪੁਰਾਣੇ ਜਨਮਾਂ 'ਚ ਕੀਤੇ ਨੇ, ਜੋ ਇਸ ਵਕਤ ਕਰ ਰਹੇ ਹਾਂ।
ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਜਿੰਨੇ ਵੀ ਰੋਗ ਨੇ ਰੱਬ ਦੇ ਭੁੱਲਣ ਤੋਂ ਲੱਗਦੇ ਨੇ। ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬੁਲਾਏ। ਬੰਦਾ ਦੁਖੀ ਹੁੰਦਾ, ਕੋੜੀ ਦੀ ਤਰ੍ਹਾਂ ਰੋਂਦਾ ਹੈ। ਧਨ ਜੋਬਨ ਦੋਇ ਵੈਰੀ ਹੋਏ। ਇੱਕ ਧਨ ਤੇ ਦੂਜੀ ਜਵਾਨੀ, ਇਹ ਦੋ ਚੀਜ਼ਾਂ ਇਨਸਾਨ ਦਾ ਦਿਮਾਗ ਪਵਾ ਦਿੰਦੀਆਂ। ਇਹ ਇਹਨਾਂ ਦੇ ਵੈਰੀ ਬਣ ਗਏ। ਜਿਨੀ ਰਖੀ ਰੰਗ ਲਾਏ ਦੂਤਾਂ ਨੂੰ ਫਰਮਾਇਆ, ਲੈ ਚੱਲੇ ਪਤ ਗਵਾਏ। ਸਾਹਾਂ ਸੁਰਤ ਗਵਾਈਆਂ ਰੰਗ ਤਮਾਸੈ ਚਾਏ। ਬਾਬਰ ਬਾਣੀ ਫਿਰ ਗਈ ਕੋਈ ਨਾ ਰੋਟੀ ਖਾਏ। ਜੇ ਤਿਸ ਭਾਵੈ ਦੀ ਵਡਿਆਈ ਜੇ ਭਾਵੈ ਦੀ ਸਜਾਏ। ਇਉਂ ਇੱਕ ਨਾ ਖਾ ਵਕਤ ਖਵਾਈਐ ਇੱਕ ਨਾ ਪੂਜਾ ਜਾਏ। ਚੌਕੇ ਬਿਨ ਹਿਦਵਾਣੀਆਂ ਕਿਉਂ ਟਿਕੈ ਕੱਢੈ ਨਾਏ। ਰਾਮ ਨਾ ਕਬਹੂ ਚੇਤਿਉ ਕਹਿ ਨਾ ਮਿਲੈ ਖੁਦਾਏ। ਇੰਝ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਰ ਬਾਣੀ, ਬਾਬਰ ਦੀ ਦੁਹਾਈ ਜੋ ਫਰੀ, ਉਹਦੀ ਬਾਬਤ ਉਹਦੇ ਜ਼ੁਲਮਾਂ ਦੇ ਵਰਤਾਏ ਸ਼ਬਦ ਉਚਾਰਿਆ। ਆਪ ਹੀ ਭਵਿੱਖਬਾਣੀ ਕੀਤੀ, ਆਪ ਹੀ ਸਭ ਕੁਝ ਵੇਖਿਆ ਰੱਬ ਦੀ ਖੇਡ ਨੂੰ, ਅਤੇ ਆਪ ਹੀ ਫਿਰ ਉਹਨਾਂ ਨੂੰ ਛਡਾਉਣ ਤੁਰ ਪਏ। ਜਦ ਬਾਬਰ ਨੇ ਮਾਫੀ ਮੰਗੀ, ਚੱਕੀਆਂ ਆਪਣੇ ਆਪ ਚੱਲਦੀਆਂ ਦੇਖ ਕੇ ਕਹਿੰਦਾ ਜੀ ਆਪ ਇੱਥੋਂ ਤੁਰ ਜਾਓ, ਭੁਲੇਖੇ ਨਾਲ ਮੇਰੇ ਬੰਦਿਆਂ ਨੇ ਤੁਹਾਨੂੰ ਕੈਦ ਦੇ ਵਿੱਚ ਸੁੱਟ ਲਿਆ। ਮਹਾਰਾਜ ਕਹਿੰਦੇ ਹੁਣ ਮੈਂ ਇਕੱਲਾ ਨਹੀਂ ਜਾਵਾਂਗਾ, ਸਾਰਿਆਂ ਦੀ ਬੰਦ ਖਲਾਸੀ ਕਰ, ਸਾਰਿਆਂ ਨੂੰ ਨਾਲ ਲੈ ਕੇ ਜਾਵਾਂਗਾ। ਇਹਨਾਂ ਵਿਚਾਰਿਆਂ ਦਾ ਕੀ ਕਸੂਰ। ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਸ਼ਕਤੀ ਵਾਲਾ ਤੂੰ ਹੈ ਅਤੇ ਤੂੰ ਸ਼ਕਤੀ ਵਾਲੇ ਪਠਾਣਾਂ ਨੂੰ ਮਾਰਿਆ, ਮਤਲਬ ਬਰਾਬਰ ਦਾ ਮੁਕਾਬਲਾ ਹੋਇਆ। ਉਸ ਭੇੜ ਦੇ ਵਿੱਚ ਤੂੰ ਉਹਨਾਂ ਨੂੰ ਮਾਰਤਾ। ਇਹਨਾਂ ਵਿਚਾਰੇ ਬਜ਼ੁਰਗਾਂ ਦਾ, ਇਹਨਾਂ ਬੱਚਿਆਂ ਛੋਟੇ ਛੋਟਿਆਂ ਦਾ, ਬੀਬੀਆਂ ਦਾ ਕੀ ਕਸੂਰ ਹੈ। ਭਾਵੇਂ ਕਿ ਮਹਾਰਾਜ ਨੇ ਸ਼ਬਦ 'ਚ ਖੁਲਾਸਾ ਕੀਤਾ ਕਿ ਉਹਨਾਂ ਦੇ ਕਰਮ ਸਨ ਐਸੇ, ਜਿਸ ਕਰਕੇ ਉਹਨਾਂ ਦੀ ਇਸ ਤਰ੍ਹਾਂ ਬੇਪਤੀ ਹੋਣੀ ਸੀ। ਪਰ ਸਾਧ ਸੰਗਤ ਜੀਓ, ਮਹਾਰਾਜ ਨੇ ਬਾਬਰ ਨੂੰ ਝਿੜਕਿਆ ਵੀ ਤੇਰਾ ਇਹਨਾਂ ਕੀ ਵਿਗਾੜਿਆ ਬਈ, ਤੈਨੂੰ ਲਾਹਨਤ ਹੈ ਬਹਾਦਰ ਅਖਾਉਣ ਵਾਲੇ ਨੂੰ, ਛੱਡ ਦੇ ਇਹਨਾਂ ਨੂੰ। ਤੂੰ ਰਾਜ ਭਾਗ ਸਲਾਮਤ ਚਾਹੁੰਦਾ, ਇਹ ਅਰਦਾਸ ਕਰ ਰਿਹਾ, ਅਸੀਂ ਤੇਰਾ ਬੇੜਾ ਗਰਕ ਕਰ ਦਿਆਂਗੇ। ਇਸ ਤਰ੍ਹਾਂ ਕਿਵੇਂ ਰਾਜ ਮਿਲੂਗਾ, ਜ਼ੁਲਮ ਕਰਕੇ ਥੋੜ੍ਹਾ ਰਾਜ ਮਿਲਦਾ। ਕਹਿੰਦਾ ਜੀ ਮਾफ़ ਕਰੋ। ਮਹਾਰਾਜ ਕਹਿੰਦੇ ਕੰਨਾਂ ਨੂੰ ਹੱਥ ਲਾ ਅਤੇ ਨੱਕ ਨਾਲ ਲਕੀਰਾਂ ਕੱਢ ਵੀ ਗਾਂਹ ਤੋਂ ਇਸ ਤਰ੍ਹਾਂ ਜ਼ੁਲਮ ਨਹੀਂ ਕਰੂੰਗਾ, ਫਿਰ ਤੈਨੂੰ ਰਾਜ ਦਿਆਂਗੇ। ਕਹਿੰਦਾ ਜੀ 7 ਬਚਨ। ਮਹਾਰਾਜ ਕਹਿੰਦੇ ਵੀ ਸਾਡੀ ਗੱਲ ਯਾਦ ਰੱਖ ਲਈ, ਤੂੰ ਅਤੇ ਤੇਰੇ ਗਾਂਹ ਕੋਲ ਵਾਲੇ ਬੱਚੇ ਕੋਈ ਵੀ ਰਾਜਾ ਬਣੇ, ਜੇ ਤਾਂ ਤੁਸੀਂ ਧਰਮ ਦੀ ਇਮਾਨਦਾਰੀ ਨਾਲ ਰਾਜ ਕਰੋਗੇ ਫਿਰ ਤਾਂ ਕਰਦੇ ਰਹੋ, ਪਰ ਜਦੋਂ ਤੁਸੀਂ ਜ਼ੁਲਮ ਕੀਤਾ ਉਦੋਂ ਮੈਂ ਸਿਰ ਦੇ ਕੇ ਰਾਜ ਖੋਹ ਲਊਂਗਾ। ਇਸ ਤਰ੍ਹਾਂ ਮਹਾਰਾਜ ਸਾਹਿਬ ਨੇ ਨਾਵੇਂ ਸਰੂਪ ਦੇ ਵਿੱਚ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਜਿਹੜੇ ਤੰਗ ਆ ਕੇ ਬ੍ਰਾਹਮਣ ਗੁਰੂ ਸਾਹਿਬ ਕੋਲ ਆਏ, ਭਾਵੇਂ ਕੋਈ ਬਗਾਨੇ ਧਰਮ ਦੇ ਸੀਗੇ, ਤਿਲਕ ਲਾਉਣਾ ਅਤੇ ਜੰਝੂ ਪਾਉਣਾ, ਧੋਤੀ ਲੰਗੋਟੀ ਬੰਨਣੀ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਜਾਂ ਧਰਮ ਨਹੀਂ ਹੈ। ਪਰ ਗੁਰੂ ਸਾਹਿਬ ਜੀ ਕਿਸੇ ਨੂੰ ਦੁਖੀ ਵੇਖ ਕੇ, ਭਾਵੇਂ ਕੋਈ ਵੀ ਹੈ, ਇਨਸਾਨ ਦਾ ਇਨਸਾਨ ਹੀ ਹੈ, ਮਹਾਰਾਜ ਦੁਖੀ ਹੋ ਜਾਂਦੇ ਨੇ। ਕੋਈ ਪਿੰਨ ਭੇਦ ਧਰਮ ਦਾ ਵਿਤਕਰਾ ਨਹੀਂ। ਆਖਿਆ ਜਾਓ ਪੰਡਤੋ, ਅੱਜ ਤੋਂ ਬਾਅਦ ਤੁਹਾਡਾ ਰੋਣਾ ਧੋਣਾ ਖਤਮ, ਤੁਸੀਂ ਸੁਖੀ ਹੋ ਜਾਓਗੇ। ਸਾਰਾ ਦੁੱਖ ਅਸੀਂ ਆਪ ਦੇ ਸਿਰ 'ਤੇ ਲੈਂਦੇ ਹਾਂ। ਜਾ ਕੇ ਬਾਦਸ਼ਾਹ ਨੂੰ ਕਹਿ ਦਿਓ ਕਿ ਸਾਡੇ ਗੁਰੂ ਤੇਗ ਬਹਾਦਰ ਨੇ, ਉਹਨਾਂ ਨਾਲ ਗੱਲ ਕਰ। ਖੁਦ ਮਹਾਰਾਜ ਆਪ ਗਏ, ਆਪ ਦਾ ਸੀਸ ਬਲੀਦਾਨ ਦਿੱਤਾ। ਹਿੰਦੁਸਤਾਨ ਦਾ ਦੁੱਖ ਕੱਟ ਕੇ, ਸਾਰੇ ਦੇਸ਼ ਦੀ ਗੁਲਾਮੀ ਨੂੰ ਖਤਮ ਕਰਕੇ ਇਹਨਾਂ ਜ਼ਾਲਮ ਰਾਜ ਦੀ ਜੜ੍ਹ ਪੁੱਟੀ। ਉਸ ਤੋਂ ਬਾਅਦ ਹੀ ਇਹਨਾਂ ਦੇ ਪੈਰ ਹਿੱਲੇ ਹਨ। ਬਸ 1-2 ਪੀੜ੍ਹੀਆਂ ਬਹਾਦਰ ਸ਼ਾਹ ਅਤੇ ਉਸ ਤੋਂ ਬਾਅਦ ਹੋਰ ਫਿਰ ਕੰਮ ਇਹਨਾਂ ਦਾ ਖਤਮ ਹੋ ਗਿਆ। ਕਲਗੀਧਰ ਮਹਾਰਾਜ ਜੀ ਨੇ ਰਹਿੰਦ ਖੂੰਹਦ ਸਭ ਇਹਨਾਂ ਦਾ ਮਲੀਆ ਮੇਟ ਕਰਤਾ। ਕੁਝ ਸਾਹਿਬਜ਼ਾਦਿਆਂ ਨੇ ਬੇੜਾ ਬਿਠਾ ਤਾ, ਇਹੋ ਜਿਹਾ ਬੇੜਾ ਬਿਠਾਇਆ, ਉਹਨਾਂ ਦਾ ਨਿਸ਼ਾਨ ਸਾਹਿਬ ਦਾ ਚੁਲਦਾ, ਨਗਾਰੇ ਵੱਜਦੇ, ਜਕਾਰੇ ਛੱਡਦੇ, ਪਰ ਜਿਨ੍ਹਾਂ ਨੀਹਾਂ 'ਚ ਚਿਣਿਆ ਉਹ ਕਿਤੇ ਲੱਭਦੇ ਨੇ। ਤੁਹਾਨੂੰ ਕੋਈ ਪੁੱਛੇ ਵੀ ਕਿੱਥੋਂ ਦੇ ਸੀਗੇ, ਕਿਤੇ ਲੱਭਦੇ ਨੇ? ਬਿਲਕੁਲ ਨਹੀਂ।
ਆ ਜ਼ਕਰੀਆ ਖਾਨ ਜਿਹਨੇ ਸਿੰਘਾਂ ਨੂੰ ਨਖਾਸ ਚੌਂਕ ਦੇ ਵਿੱਚ ਜ਼ੁਲਮ ਕੀਤਾ, ਉਹਦੀ ਪੋਤਰੀ ਮੈਂ ਸੁਣਿਆ ਵੀ ਗੁਜਰਾਤ ਵਿੱਚ ਚਾਹ ਵੇਚ ਕੇ ਗੁਜ਼ਾਰਾ ਕਰਦੀ ਹੈ। ਅਤੇ ਇਸ ਵਾਸਤੇ ਐਂਡ ਬੰਦੇ ਦਾ ਮਾੜਾ ਹੁੰਦਾ ਹੈ। ਸਤਿਗੁਰੂ ਮਹਾਰਾਜ ਆਪਦੇ ਸਿੱਖਾਂ ਸੇਵਕਾਂ ਦੀ ਰਾਖੀ ਨੇ। 24 ਸਾਹਿਬ ਦੇ ਪਾਠ ਦੇ ਵਿੱਚ ਕਲਗੀਧਰ ਮਹਾਰਾਜ ਨੇ ਜਿਵੇਂ ਮਾਂ ਆਪਦੇ ਬੱਚਿਆਂ ਦੀ ਅਰਦਾਸ ਕਰਕੇ ਉਹਨਾਂ ਦੀ ਸੁੱਖ ਮੰਗਦੀ ਹੈ, ਇਉਂ ਪਾਤਸ਼ਾਹ ਨੇ ਸਿੱਖ ਬੱਚਿਆਂ ਦੀ ਸੁੱਖ ਮੰਗੀ ਹੈ। ਆਪ ਦਾ ਕੁਛ ਨਹੀਂ ਬਣਾਇਆ, ਆਨੰਦਪੁਰ ਵੀ ਛੱਡਤਾ, ਕਿਤੇ ਨਹੀਂ ਟੇਕੇ ਬੈਠੇ, ਪਟਨਾ ਸਾਹਿਬ ਵੀ ਛੱਡਤਾ, ਆਨੰਦਪੁਰ ਵੀ ਛੱਡਤਾ। ਜਾਨ ਨਾਲੋਂ ਪਿਆਰੇ ਸਾਧ ਸੰਗਤ ਜੀ ਸਾਹਿਬਜ਼ਾਦੇ ਵਾਰਤੇ ਸਾਡੇ ਤੋਂ ਆਪਦੇ ਪਰਿਵਾਰ ਦੇ 27 ਮੈਂਬਰ ਕੁਰਬਾਨੀ ਕੀਤੀ। ਕਾਹਦੇ ਲਈ? ਕਿ ਸਿੱਖ ਬੱਚੇ ਔਰ ਹਿੰਦੁਸਤਾਨ ਦੀ ਜਨਤਾ ਸੁਖੀ ਹੋ ਜਾਏ। ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮ ਰਹਿ ਹਮਾਰਾ, अपना जान करो प्रतिपारा। हमरे दुष्ट सब तुम कहावो, आप आद मोहि बचावो, सुखी बसै मोरो परिवारा। किहड़ा परिवार? माता गुजरी, गुरु तेग बहादुर साहब, की साहिबजादे महाराज का परिवार, वो तो कुर्बान कर दिते। फिर किहदी सुख मंग रहे महाराज? किहड़े टब्बर की गल कर रहे हो? सुखी बसै मोरो परिवार, सेवक सिख सभै करतारा। ये करतार, ये वाहिगुरु, ये अकाल पुरख, जिहड़े तेरे सेवक ने, तेरे सिख ने, ये सब मेरा परिवार है। ये जिन्ने भी गुरु नानक साहब के सेवक सिख ने, ये मेरा परिवार है। इन्हां नूं सुखी कर दे, जिन्ने दुख तो मैनूं दे दे, मैं कष्ट झेल लूँगा, पर खालसे नूं सुखी कर दे। तो जे असी मार खाधी है जां दुख भोगिया तो अपनी गलती के कारण, पर महाराज ने कभी भी नहीं चाहया कि खालसा दुखी होए। साहिबां ने अमर छकन लगियां ये वर दिता सी, जो हमरी फुन रहत सो रख, गुरबाणी रस ने तुठ चख, मैं तांके सद रहूं सहाय, दुख बिघन सगले तिन घायक। सो पंजवें पातशाह श्री गुरु अर्जन देव जी साडा निश्चय परमात्मा दी बझ जाए, असी बाणी दे अटल विश्वास आपदा भरोसा रखिए, सानू समझा रहे हैं। जिसके सिर उपर तू स्वामी, हमदा ठाकुर सब ते ऊंचा, रैन जिनस तिस गावों रे। साडा मालक साडा ठाकुर कौन है? श्री गुरु नानक देव जी महाराज, कलगीधर दशमेश पिता श्री गुरु गोबिंद सिंह साहिब जी महाराज, जिन्हों ने परमात्मा दे लड़ लाया। खंडा जाके हाथ में कलगी सो है शीस, सो हमरी रक्षया करे कलगीधर जगदीश। किसी प्रेमी ने तखत श्री हरमंदर जी पटना साहिब विखे कल ही पता लगा कि 1 करोड़ ते 36 लाख की कलगी भेटा की है गुरु साहिब के नाम दे। सचमुच ही महाराज नूं कलगीधर क्यों किया गया? क्योंकि गुरु साहिब की कलगी सारी उम्र किसी अगे नहीं झुकी, सवाई परमात्मा अकाल पुरख वाहिगुरु ते गुरु ग्रंथ साहिब तो। किन्नियां मुश्किलां किन्नियां औकड़ां आईयां, पर महाराज ने किसी अगे सीस नहीं झुकाया। कलगी हमेशा खड़ी रखी है। जिहड़ा फरले वाला निहंग सिंह है वो किसी अगे मत्था नहीं टेकदा, उहदा फरला हमेशा खड़िया रहिंदा है, सवाई गुरु ग्रंथ साहिब तो किसी अगे सीस नहीं झुकाउंदा। सुता पिया भी रात सिर ठा नहीं कर सकदा, वो सराणे सरूणे ला के तां करके निशान साहिब कदी भी साध संगत जी वो हेठा नहीं, वो हमेशा खड़िया झूलदा है। जब झंडा लाउंदे ने अटारी वाघा बार्डर विखे फौजियां दा सारा ही जोर लग जाता, तो इसलिए निशान झूलदा पक्के ही निशान गड्ड ते मारे निहंगां दे सिर ते, जिहड़े कदी भी हेठा ना होण।
ऐसे कलगीधर दशमेश पिता, खंडा जाके हाथ में कलगी सो है शीस, सो हमरी रक्षा करे गुर कलगीधर जगदीश। गुरु साहब खुद आप रखिया करते ने समय समय अनुसार, जिमें जिमें लोड़ पई महाराज ने पंथ की सहायता की, जिहदा मालक वाहिगुरु है। गुरु साहब आप ने जिहदे सिर आप रखवाले ने, रखवाला गोबिंद राय भगतन की रास। सो दुख कैसा पावा, वो कैसा दुख पा सकता है, कैसी तकलीफ पा सकता है? बिल्कुल नहीं। औखी घड़ी न देखण देई, अपना बिरद संभाले, हाथ दे राखै अपने को, सास सास व्रत पाले, प्रभ स्यों लाग रहे हो मेरा चीत। सो आद अंत प्रभ सदा सहाई, धन हमारा मीत। मेरा मित्र गुरु हरगोबिंद साहब महाराज धन है। विधि चंद बाबे नूं थापड़ा दिता तां पट्टी दे शाही किले दे विचों बाबा जी ने संगतां दे लुटे हुए वो जिहड़े दुशाले बीबियां नूं आख्या भी लिया कड्डो, नहीं तां किरपान वेखी जे सारियां नूं झटका देऊँगा। उन्हां डरदियां मारियां दुशाले कढ के रख दिते। कहंदा इहनूं कपड़े च बन्नो, कपड़े च बन के लियाओ मेरे सिर ते चकाओ। इमानदारी नाल उन्हां फड़ाते। बाबा जी ने बुरका पाया होया सी काले रंग का, सिर मूँह सब ढकिया होया सी। बुरका बीबियां पाउंदियां ने, कोई पहचान ही ना सकिया। किरपान थल्ले दी सीगी, बुरका उपर दी। पहरेदारां ने भी नहीं रोकिया कि कोई राणियां दी मेल मिलापी होएगी, मिल के चली गई। उन्होंने आख्या भी जे तुसी रौला पाया तो मैं फिर आ जाऊँगा, रौला नहीं पाउणा। जदों बाबा जी निकल गए, मुड़ के बाद विच उन्होंने दसिया, पर शहर के दरवाजे वो बंद हो गए निकलण तो पहला। तो एक पठियारे नूं पुछया, कहंदा कोई जगह है लुकण वास्ते? कहंदा भी मेरे को तो पट्ठी हुई है, गुरु के सिखां नूं अग की कहिंदी है, तो जे तू भट्ठी च लुक सकदा तेरी मर्जी है, इत्थे कोई शक भी नहीं करूगा। रब जानू ने मखौल किया जां सचमुच ही परख करनी चाहिए। बाबा जी भी साधु रूप, कहंदे चंगा फिर। ताती वाहु न लगई, पार ब्रह्म सरनाई, चौगिरद हमारा रामकार, दुख लगे ना भाई। सतगुर पूरा भेटिया, जन बनत बनाई, राम नाम औख दिया, एका लवलाई रहा। राख लिए त रखन हार, सब ब्यात मटाई, कहो नानक कृपा भाई, प्रभय सहाय। गुर का शब्द रखवारे, चौकी चौगिरद हमारे। चौंकी होंदी है ना पुलिस वालियां दी, CRP वालियां दी, जां चौंकीदार दी, जिन्हों वाचमैन तुसीं कहिंदे हो, आए गए नूं वाच करदा है। इस तरह जिहड़ा गुरु का शब्द है वो साडे दुआले चौंकी है। नैचरली सेंट्रल गौरमेंट की खालसा अकाल पुरख की फौज, प्रगटिओ खालसा परमात्मा की मौज, अकाल पुरख वालों है। गुर का शब्द रखवारे, महाराज का शब्द साडा राखा, जिहड़ा मूल मंत्र आपां पढ़दे हां, वाहिगुरू नाम का जाप जपदे हां। गुर का शब्द रखवारे, चौकी चौगिरद हमारे, राम नाम लगा, जम लजाई कर भागा। प्रभ जी तो मेरो सुखदाता, बंधन काट करे मन निर्मल, पूर्ण पुरख विधाता रहा। नानक प्रभु अविनाशी, ताकि सेव न बिरथी जासी। आनंद करे तेरे दासा, जय पूर्ण होई आसा। वाहिगुरू वाहिगुरू करदियाँ शब्दां का पाठ करदियाँ बाबा जी छाल मार के गुरुद्वारा भट्ठ साहब, अजे भी वो भट्ठ मौजूद है, बड़ा नीवा है, तो एक कमरे जिड्डा है, इन्ना तगड़ा है। तगड़ा भट्ठ वड्डा सारा कड़ाया चाढ़दा होगा। तो जिस तरह भोरा हुंदा है, उपर गुरुद्वारा थले भोरा साहब है जिथे भट्ठ है। पट्टी शहर के बिल्कुल ऐन विचकार मैं जद भी जावां, उतों
एक अद्धा प्रशादा छकीदा। लंगर चलदा बाबे विधि चंदियां दा। महापुरख बाबा अवतार सिंह जी ते बाबा गुरबचन सिंह जी दोने भरा महापुरख ने, ते उन्हां दी सेवा निहंग सिंह दल पंथ दी है। बाबे विधि चंद दा गुरुद्वारा ते विधि चंदियां दी सेवा है। पट्टी शहर दियां विचकार गुरुद्वारा पाठ साहब, वो पुराना पाठ अजे भी मौजूद है। किते गए पट्टी तो आप जरूर दर्शन करके आयो। उथे किला भी है। किले की सेवा संभाल साड़ी सिख कौम ने नहीं की। उथे झाड़ियाँ घाह फूस उगया होया, उथे तो मैं नहीं गया, पर जेड़े गए ने उन्हें सब कुछ उतों बारे दसिया, फोटोआं भेजियां ने। सो वो भी हैरीटेज सानू या श्रोमणी कमेटी नूं उहदी संभाल जथेबंदियां नूं ये विचार करनी चाहिए। सो जिथों बाबा जी ने दुशाले लए सन, तो इंज जद बाबा जी बैठे तो गुरु हरगोबिंद साहब मालवे दे विच भाई रूपे पिंड सी दीवान ला के बैठे हुए सन। श्री गुरु हरगोबिंद साहब जी ते भरी संगत विच महाराज जी उच्च उच्ची बोलन लग पे। कहंदे संगत जी मैनूं बड़ा दुख लग रहा है, चार सवेरे सेक पै रहा, मैनूं इंज प्रतीत हो रहा भी जिवें चार सवेरे मेरे किसी ने अग बाली होए, तो मैनूं बहुत ज़्यादा गर्मी लग रही है, मेरा इशनान कराओ। जो भी किसी के हथ आउंदा जिथों भी पानी लैके आ सकते हो जल्दी मेरे सिर च पाओ, बहुत सेक लग रहा, शरीर तपशना तप रहा। संगतां बहुत दाई लैन ला रही, किसी हथ डोल आया, गड़वी आई, बाल्टी की, जो भी कुछ आया पानी का भर भर महाराज उन्ना चिर उत्थे बैठे आपदे सीस च जल पवाते रहे जिन्ना चिर बाबा जी उत्थे सतनाम वाहिगुरू का जाप जपते रहे। ये कोई चुटकला नहीं, कोई स्टोरी नहीं, बकायदा इतिहास की कथा है। साडा इतिहास है, साडा भरोसा गुरबाणी ते वज है। बाणी अज भी उही है जो बाबा विधि चंद ने बड़ी तो जो असीं पढ़ते हैं, सिर्फ पढ़न दे विच फर्क है, बाणी च कोई फर्क नहीं है। शब्द उही है, मूल मंत्र वाहिगुरू शब्द उही है, सिर्फ साडी भावना च फर्क पै गया, साडी शरधा टुट गई। अजकल के प्रचारक आखते ने कि जी ये तो तोते वाली रट, बार बार पढ़न का की लाभ होया, बाणी तो जीवन जाच सिखो। बंदा पुछे भलिया मानसा जीवन जाच किवें सिखेगा, बाणी पढ़ना ही जीवन जाच है। जे बंदा नितनेम नहीं करता तो गल्लां ही मारी जांदा, तो दसो जीवन जाच की आऊगी। कीर्तन सोहला नहीं याद जोड़े चार शब्द हैं, जपजी साहब का पाठ नहीं याद, कभी नितनेम ही नहीं किया, फिर जीवन जाच कित्थों सीखेगा गुरमुखा। श्री सहज पाठ का भी साडा डेली का निजम होना चाहिए, क्योंकि साडे गुरु साहब ने कोई सानू सवाल कर ले कोई उत्तर नहीं आता, क्योंकि असीं कभी बाणी पढ़ी हुई नहीं। जो महाराज ने लिखिया दसम ग्रंथ बाबत लोग ऊल जलूल बोली जाते हैं। जे कोई पुछण वाला होवे तुसीं पढ़िया पढ़िया किसी ने भी नहीं, जे कोई पढ़ूगा तो ही पता लगूगा। हुण 72 नाटक दे विच महाराज कलगीधर जी ने अपनी सोढ़ वंश बारे ते रघुवंश बारे वो सारा कुछ बायोडाटा डिटेल लिखी हुई है। जदों तो ये सोढ़ वंश चली तो राघव तो राघव वंश चली तो वेदी चले, 3 वेदियन की कुल विख है। तो जिन्हें 72 नाटक नहीं पढ़िया वो तो रौला ही पाऊगा, ये इंज किवें हो सकता है। सो कलगीधर महाराज ने बिल्कुल स्पष्ट लिखा, मैं अपनी कथा बखानूं तब साधत से विद मोयानूं, कहते हेमकुंड कोई है ही नहीं। सो रहो विचार अपने सेवक की आपे राखै, आपे नाम जपावै, जय जय काज किरत सेवक की तहाँ तहाँ उठतावै। सेवक को निकटी हुए दिखावै, जो जो कहे ठाकुर पै सेवक तत्काल हुए आवे। गुर का बचन बसै जी नाले, जल नहीं डूबै तस्कर नहीं लेवै, भाहे ना साकै जाले।
महाराज फरमाउंदे ने जिसके जिसके सिर उपर तू स्वामी, ये वाहिगुरु जिस मनुख के सिर उपर तू खुद आप मालिक है, सो दुख कैसा पावै। भाव आप राखा होके खड़ा है, वो मनुख किस प्रकार कोई दुख तकलीफ पा सकता है। भाव उन्होंने लोक परलोक दी कोई तकलीफ नहीं हो सकती है। बोल न जाने माया मद माता, माया के नशे च मस्त जीव नाम या संतां महात्मा नाल अदब दे नाल बोलना ही नहीं जानता है। ओए बाबे, ये भी कोई बोली है, नाले बाबे ते नाले ओए। बाबा तो दादी रिस्पैक्टेबल वर्ड है। तो इस वास्ते महाराज ने बाणी दे विच भाई आख्या है, सिख आख्या है, संत आख्या है, और जी करके महाराज ने बुलाया मित्र आख्या है। इयों गुरु महाराज सच्चे पातशाह ने मिठ बोलड़ा जी हर सज्जन स्वामी मोरा, मिठ बोलड़ा जी हर सज्जन स्वामी मोरा। तो महाराज ने आख्या वो कदे ना बोले कौड़ा, कौड़ा बोलना जाना पूर्ण भगवान है, औगण कोना चितारे। तो जब इंसान मायाधारी बोलदा, जब बोले तब फीके फिके बचन बोलदा। महाराज कहते माया के नशे विच मस्तिया जीव किसी का अदब सत्कार करना, नाम बाणी धन गुरु ग्रंथ साहिब जी महाराज। सो साध संगत नूं किवें पेश आउणा वो किसी प्रकार बोलना भी नहीं जानता है। मरना चेत न आवै, पर उन्होंने मरना भी चेते नहीं आता है। मतलब जद भी इंसान किसी दे ज्यादती करदा, जुल्म करदा जां गलत वर्डिंग वरतदा है, जिवें किसी वेसवा ने मशकरी की कबीर दे नाल, बंदा आपदे घर राजी रहे, जो मर्जी हस खेड के जो मर्जी मखौलबाजी करता रहे, पर घर तो बाहर संतां महात्मा नाल थोड़ो इस तरह गल करी दी है। कहन लगे कबीर और हाँ कबीर जी चले गए, 10 भैणा। बचन बड़ा गलत किया। कहन लगी या तेरी जिहड़ी दाढ़ी है ना, दाढ़ी ये तो मेरी दी कुत्ते की पूछ चंगी है, माफ़ करना। एक बार उचारण करो सतनाम श्री वाहिगुरू। कबीर साहब जी वाहिगुरू वाहिगुरू राम राम कर दे तुर गए। तो साध संगत जीओ मुड़ के जदों चढ़ाई करन लगे, कहन लगे बीबी भैणा तो फलाने दिन फलाने मौके ते सानू ये वचन कीता सीगा, ते हुण अज मैं तैनूं कह सकदा कि जो मेरी दाढ़ी है, ये जो मेरा दाढ़ा है, ये मर्द की निशानी हुंदी है, ते ये सत्कार की निशानी है। ते अज मेरी ये दाढ़ी जिहड़ी है चंगी है, क्यों? क्योंकि इज्जत दे नाल मैं जा रहा। वो कहंदी भी ये गल का जवाब तो मैनू उदों भी दे सकदा सीगा, उदों क्यों नहीं दिता? कहन लगे कि अजो सो नाओ समुंदर में क्या जानो क्या होए। अजे जिहड़ी जिंदगी का बेड़ा है वो संसार समुंदर में ठल्लिया होया है। जिंदगी के दौरान कभी भी इंसान उच्ची बांह करके आप दी वडियाई नहीं करनी चाहिए, आप दी शोभा का कोई वचन नहीं करना चाहिए। हम नहीं चंगे बुरा नहीं कोए, प्रणवत नानक तारे सोए। की पता किहड़े वेले किहड़ी गलती हो जाए। हुण मैं चढ़ाई करन लगा, मेरा अंतिम समा है, तो हुण मैं कह सकदा हाँ कबीर जैसी उपजी पेड़ ते जो तैसी निभ है ओढ़, हीरा किसका बापुरा जो पुजे न रतन करोड़। मैं जीवन स्वश आपदा दामन आपदा बस्तर चिट्टा रख के जा रहा, ये दाढ़ी नूं दाग नहीं लगन दिता। तो उज्जल मूँह दे नाल
जिन्नी नाम ध्याया गए मसक्कत काल, नानक ते मुखुजल खेती छुट्टी नाल। हुण मेरी दाढ़ी ये नालों चंगी है। तो इस तरह निमरता दे विच उन्हां वचन कीते। पर जिहड़ा मद माता माया मद माता माया विच मस्तिया होया इंसान है, वो किसी साधु महात्मा की इज्जत का भी ख्याल नहीं रखता। फरीद नूं बैठे नूं किसी सिर फिरे पठान ने पुछया कोई पिंड बारे भी, पिंड नूं राह किहड़ा जांदा जां किसी होर बारे पुछया होगा। तो कबीर जी ने उन्हें पिंड का ही नाम पुछया भी फलाने पिंड नूं किहड़ा राह जांदा। वो मड़ियां च बैठे सी फरीद साहब, उन्हें कहता मड़ियां नूं। उन्होंने गुस्सा चढ़िया भी ये साध ने मैनू मखौल किया, वो तो मड़ियां ने। तो उन्हें वढ़ के कसुन मारिया बखी च। फरीद साहब जी बजुर्ग सी, डिग पे तो बचन उचारिया। वो कहन लगा भी आ कोई पिंड का राह वा, आ तो मड़ियां ने। कहते भाई मैं झूठ तो नहीं बोलिया, असली राह तो यही है, भावें हुणे चले जा तो नहीं तो चार बंदे चौके ले आउणगे। असली देश असली पिंड तो यही है जिथे बंदे का गुजारा, जिथे आउणा ही पैना, इस तो बगैर नहीं गुजारा होना। गोर नमानी छड्ड करे ने घरियां घर आओ। जिन्नियां मर्जी कोठियां बंदा घर मकान बना ले तो बेघरा है, वह घर कोई नहीं है, घर मड़ियां जी है। कबरां आवाज़ां मारदियां ने भी आ जाओ जल्दी आओ भाई, मैं तुहानूं उड़ीक रही हाँ। सो जिन्हें मुक्त होना फरीद दे सलोक पढ़े। धन बाबा फरीद साहब की बाणी बड़ी वैरागमई है। एक नवें पातशाह की बाणी का नितनेम करें, एक फरीद साहब के सलोक ना खुंझण दे। मैनू टाइम सीगा मैं याद भी कर ले। तो हुण नितनेम छुटिया होया है। तो इस वास्ते महाराज की बाणी कितनी वैरागमई है, बंदा किते भज ही नहीं सकता। तो फरीद साहब कहते फरीदा गोर निमाणी छड्ड करे। छड्ड आवाज़ां मारदी है निमाणी कबर ने घरियां घर आओ। ये बेघरियो मेरे घर आओ, असली घर आ जे। सर पर मैं थे आवना, सर पर जरूर बरजोर तुसी मेरे कोल आना ही आना है, ये तो बगैर कोई गुजारा नहीं। मरनों ना डरिया हो, मरन तो कभी भी ना डरो, मरना तो पैना ही है, इनू सवार के मरो। तो इसलिए मैं झूठ नहीं बोलिया, कोई मखौल नहीं किया। साधु मखौल क्यों करेगा? जब कसुन वजिया दर्द हुई तो उन्होंने कुछ नहीं आख्या, कोई शराब नहीं दिता, कोई उहदे नाल लड़ाई नहीं की। वक्खी फड़ के कहन लगे फरीदा जो तैं मारन मुकियां तिना न मारे घुम, आपरन घर जाइए पैर तना दे चुम। इधर आ भाई मैनू पैरी हथ ला लैन दे। वो बेचारा घबरा गया, फिर उन्हें माफ़ी मंगी। इन्नी निमरता धन बाबा फरीद साहब च। वेखो फरीदा बुरे दा भला कर, ये संतां दी अवस्था है। गुस्सा मन ना हटाए। असीं गुस्सा करते नहीं हाँ, गुस्सा आ तां जांदा ते बंदा करदा भी है। असीं हंडाउंदे आ, जिस तरह कपड़ा पा लीए जिन्ना चिर पाट ना जाए उन्ना चिर लाउंदे नहीं हाँ। इउं जिहदे वैर पै जाइए गुस्सा कर लीए उहदा खैड़ा नहीं छड्डदे। फरीद साहब कहंदा भी जे गुस्सा आउंदा ते करके उहनूं भुल जाओ। गुरमुख का गुस्सा पानी में सोटा मारन की तरह है। गुरमुख वैर विरोध गवावै, गुरमुख सगली गणत मिटावै। साडा नाम ही गुरमुख सिंह कईयां दा, ते गुस्सा भी बहुत ज़्यादा। कहंदे गुस्से नूं हंडाओ ना, जे आउंदा तां करके छड्ड दिओ, भुल जाओ। फरीदा बुरे दा भला कर, गुस्सा मन ना हटाए। देही रोग ना लगाई, पल्ले सब किश पाए। असी रोगी क्यों हाँ? क्योंकि गुस्सा हंडाउंदे आ। इसलिए फरीद जी कहंदे जे तुसी तंदुरुस्त रहना चाहुंदे हो तो गुस्से का त्याग कर दिओ, तुहाडी देह नूं कदी रोग नहीं लगूगा। हमेशा खुश रहो, खुश रहना जिंदगी है।
जे खुश रहोगे तो दुनिया तुहाडे नाल हसूगी खेडूगी, जे रोवोगे तो कंध वाल मूँह करके नुक्कर च तुहानूं लोग बिठा देणगे भी ये तो रोंदू महकमा, ये कोल की जाना, इनू की बुलाउणा, तो रोंदा रहिंदा। कंध वाल मूँह करके रोई जाओ, रोना कल्ला पऊगा। खुश रहोगे तो दुनिया तुहाडी संगत करूगी, तुहाडी सोसाइटी करेगी, सो तुहाडी कंपनी करूगी, नहीं तो फिर कल्ले रह गए चुप कीते दुखी हो गए। महाराज ने शरीर दिता, इनू खत्म ही थोड़ी कर देना। सो पातशाह जी कथन करते ने, बोल न जाने माया मद मत्ता। माया दे विच मस्तिया होया जी, बोलना भी नहीं जानदा कि बोलना किवें है, आप तो वड्डे दे नाल किवें पेश आउणा है। मरना चेतन आवे, क्योंकि उन्होंने मौत चेते नहीं आउंदी है, उन्होंने मरना याद नहीं आउंदा। बंदे बहादुर नूं फरखसीर ने पुछया सी कि तू वड्डा बनिया फिरदा सी, गुरु दा सिख, दस तेरियां शक्तियां कित्थे ने? बाबा जी कहन लगे, गुरु मेरा सर्व कला समर्थ है, मैं उहदे बचनां तो थिड़क गया होऊंगा, उहदे बचन मैं छड्ड दिते होणगे, तां मेरी गलती कारण मैनूं दुख मिल रहा। तू की समझदा? अजे भी तू जोर ला ला, जो मर्जी कर ला, मैं इत्थे बैठा, मना के विखा, तेरी गल नहीं मनूंगा, मरनी मर जाऊँगा। महाराज की सिੱਖੀ अमृत छकिया होया। छोटे जे बच्चे का वेखो किड्डा वड्डा दुख हुंदा। 4 साल का बाबा अजय सिंह, बाबा जी के सामने का कलेजा कढ़ के मूँह च तुन्निया, पर नहीं भाणा मन्निया, दुखी नहीं होए। जमूरा ना मास नोचिया, कहंदा दस तैनूं किहड़ी मौत चाहिदी है? कहंदा पुੱਤ जिहड़ी मौत तैनूं पसंद है उही मौत तू मैनूं दे, तू मतां भुल जा भी मैं जिउंदा रहूँगा, तैनूं भी उसे मौते मरना पऊगा। इतिहास गवाह है कि ਸਿੰਘਾਂ ने घोड़े दीयां टापां दे मगर तू के फरखसीर नूं मारिया सीगा। इहो मंदा कर तां बथेरा कुछ दिंदा, बोल भी बड़ा दिंदा, ते पर जद मरदा उदों रब दे वस जान पैंदी है। उदों धर्मराजे ने पुछना भी दस पुੱਤ तू करके की आया है? धर्मराजे नूं हुक्म है, वह सच्चा धर्म विचार, दूजे पाए दुष्ट आत्मा वो तेरी सरकार। जिन्हां ने ਸਿੰਘਾਂ नूं मारिया शहीद किया, मैं आपदी अखां नाल वेखिया, कई तां जिउंदे ने ते जिहड़े मरे ने बुरी मौते मरे ने, तरस तरस के, जान भी निकली नहीं। रब दे कोलों ये मंगदे सी, आपां अरदास करदे हां भी महाराज सानूं जान दे, असीं जिउंदे रहीए, वो मंगदे रहे भी सानूं मौत दे। कोई रेल गड्डी हेठ आ के मर गया, ते कोई सड़ के मर गया, ते कोई टरकदा मर गया भी मेरे को सिक्योरिटी खोली, मेरे कोई रखिया नहीं की, जिन्हां लई मैं इन्ना कुछ किया। तो राजनीति जिहड़ी है, जिन्ना चिर काम दिओ जिंदाबाद, जदों काम पूरा हो गया भी तू कौन ते मैं कौन। इसलिए इंसान नूं अपने बारे सोचना चाहिए भी जान परमात्मा ने दिती है तो वापस देनी पैनी है, उत्थे जाके सानूं लेखा जोखा देना पऊगा। पापी कर्म कमावंद करदे हाए हाए, नानक जो मथन माधाणिया ते मथे धर्म राए। तो माया च मस्तिया बंदा बोलना नहीं जानता, क्योंकि उन्होंने आपदी मौत का चेता नहीं है। बाबे ठाकर सोहने गुस्सा किया भी मेरा मुंडा मारता, बाणी सुनाउंदा हुंदा सी सुख सुख, मैं उहदे नाल पाठ कराउणा, उन्हें कथा करनी। निहंग सिंह पूला निहंगां दे बाणी च, ते बाबा जी नूं उल्टा बोलिया। महापुर बाबा ठाकुर सिंह कहने की बजाए तो उन्हें बिहारी दे नाल इस्त्री लिंग वड्ड बोलिया, मैं बोल नहीं सकता। तो ਸਿੰਘਾਂ ने आना, महापुरखा कहना भी खैड़ा छड्डो, नकम्मे बंदे दा ये आपे सड़ के मरूगा। वो सड़ के ही मरिया बाबा जी के शराब नाल। तो इस तरह गुरु महाराज साहब सच्चे पातशाह कहते भी मौत हर एक इंसान को याद रखनी चाहिए है। मेरे राम राए, हे मेरे राम राजा, मेरे परमेश्वर, मेरे वाहिगुरु, तू संतां का संत तेरे, तू तां संतां दा प्यारा है,
ते संत तेरे सेवक हन, तेरे दास ने। तेरे सेवक को पाओ किश नाही। तेरे सेवक नूं तेरे दास नूं किसी का भी कोई डर नहीं। संत जरनैल सिंह बाबा बोलदा मंजी साहब सीगा ते कंबदी दिल्ली सीगी। सारी उम्र मरना तो है ही है, बंदे ने सारे ही मरते हैं, मारन वाले किहड़ा जिउंदे रह गए। तो महापुरखों च गुण सीगा भी वो डरते नहीं सी किसी को। उन्हां दी वाडंग सी भी बाणी हिरदे च वसी होवे सही। ये वसी की निशानी है भी बंदा किसी तो डरदा नहीं। वो ज्ञानी काहदा जिहड़ा डरी जाए। पै काहू को देत न पै मान ध्यान, कहो नानक सुन रे मन, ज्ञानी ताहे बखान। ज्ञानी संत जरनैल सिंह जी पिंडरां वाले 14वीं सदी अपना 20वीं सदी के महान सिख दुनिया ने मन्निया। मुंडे उन्हां दीयां फोटोआं लाई फिरदे ने, गुरुद्वारा बनया जैब घर च तस्वीर लगी है, एवें लोग नहीं मनते। तो इस वास्ते कहंदे तेरा जिहड़ा दास है वो मौत तो किसी प्रकार तो नहीं डरदा। जम नहीं आवे नेरे। उन्हां दे तां यमदूत भी नेड़े नहीं आउंदा। बाबा जी कहंदे हुंदे सी भी जिन्हें मेरा सिर लैण आउणा 2 सिर लैके आए, एक मैं आपदे कोल रखूँगा, फिर वो मेरे सिर का सुपना लए। तो इंज उन्हां दा निरभौ बेखौफ मन सीगा। विश्राम दे के फरमाउंदे ने जपजी साहिब का 101 डेली पाठ करते सन, जिहदे विच निरभौ निर्वैर अखर भी आउंदा है। जो तेरा रंग राते स्वामी। हे मेरे मालक वाहिगुरु जिहड़े तेरे प्रेम रंग च रते हुए हन। तैन का जन्म मरण दुख नसा। लोकां दे भाणे भी सिंह मार के ते खत्म कर दियांगे, पर तुसीं वेखो जिहड़ा बंदा मर जाए तो जिस घर दे विच उजाड़ होवे, कोई मड़ियां च जांदा, कोई मरियां तो बाद नाम लैंदा। दसो ये जिउंदियां दा घर है। वसदे घरां 'च प्राहुणे आउंदे ने, ये वसदा होया घर है। तो वेखो किन्ने प्राहुणे बैठे हुए ने, प्रतख नूं प्रमाण की लोड़ नहीं। कबीर मरता मरता जग मूआ, मर भी ना जानिया कोय, ऐसे मरने जो मरै बहुर ना मरना होए। मरे तो बाद बंदा मरदा नहीं, एक नवी जिंदगी मिलती है। तो जिन्ने भी शहीद ने वो इत्थे ही ने, जिउंदे ते जागदे ने। किन्नियां नूं वेखो रोटियां खवा रहे, किन्नियां दे नां ते बाणी दीयां अरदासां हो रही, किन्नियां दा भला कर रहे ने, किन्ना कुछ हो रहा। ये जिउंदियां दी गल है। कौन कहूगा भी वो मर गए। ब्रह्म ज्ञानी सद जीव है नहीं मरता। जिहड़े तेरे बाहर कढ़ सकदा, पर जिहड़ी बख्श दूता नहीं हो सकदा नाम दे बाणी दे। इसलिए महाराज तेरी ब्रह्म विद्या की बख्शिश, तेरी ब्रह्मानंद दी ब्रह्म ज्ञान की कीती बख्शिश नूं कोई मेट नहीं सकता, कोई खो नहीं सकता है। सतगुर का दिलासा। ये महाराज गुरु ग्रंथ साहिब का सानू थापड़ा है, उन्हां दा दिलासा भरोसा धीरज है। नाम ते आयन सुख फल पायन। हे वाहिगुरु संत जन तेरे नाम नूं ध्याउंदे रहिंदे ते सुख रूपी फल पाउंदे ने। आठ पहर आराधा है। अठे पैर तेनू आराधे तेनू चेते करदे ने। इसलिए तू भगतां कै बस, भगतां ताण तेरा। तेरी शरणा तेरा परवास है। संत जना ने शरीर करके तेरी ओट लई है, मन करके भी तेरे भरोसे रहिंदे ने। पंच दुष्ट लै साधा है। पंज काम आदि वैरियां नूं जित लैंदे गुरां दा उपदेश लैके। ज्ञान ध्यान किश कर्म न जाना। कोई वड्डा होऊगा अपने घर होऊगा, आपां किसी नूं माड़ा नहीं कहंदे। गुरुद्वारे बैठे हैं सारे आप दी जगह ते चंगे रहन, पर जो गुरु नानक साहिब दी बात है, गुरु घर दी गल है, जिथे तुसीं बैठे हो सो साडा गुरु वड्डा। इसलिए सब तो वड्डे भाग गुरसिखांगे जो गुरचरनी सिख पढ़ते हैं। गुरु का सिख, गुरु की संगत भी वड्डी है। वड्डा तेरा दरबार सच्चा तुध तखत। बेनती करिए हे वाहिगुरु तेरे निर्गुण स्वरूप का ज्ञान, सरगुण स्वरूप का ध्यान ते
ਨਿਸ਼ਕਾਮ ਕਰਮਾਦਿ ਕੁਝ ਵੀ ਨਹੀਂ ਮੈਂ ਜਾਣਦਾ। ਸਾਰ ਨ ਜਾਣਾ ਤੇਰੀ, ਪਰ ਨਾ ਹੀ ਤੇਰੀ ਪ੍ਰਾਪਤੀ ਭਗਤੀ ਦੀ ਖਬਰ ਜਾਣਦਾ। ਸਭ ਤੇ ਵੱਡਾ ਸਤਿਗੁਰ ਗੁਰ ਨਾਨਕ। ਸਤਿਗੁਰੂ ਮਹਾਰਾਜ ਕਥਨ ਕਰਦੇ, ਮੈਂ ਤਾਂ ਇਹੀ ਜਾਣਦਾ ਕਿ ਜਿੰਨੇ ਦੇਵੀ ਦੇਵਤੇ ਨੇ 9 ਕਰੋੜ ਦੇਵੀਆਂ 33 ਕਰੋੜ ਦੇਵਤੇ, ਜਿੰਨੇ ਪੀਰ ਪੈਗੰਬਰ ਔਲੀਏ ਅਵਤਾਰ, ਮੀਆਂ ਮੀਰ ਵੀ ਮਹਾਰਾਜ ਦੇ ਚਰਨੀ ਪਿਆ, ਗੋਰਖਨਾਥ ਮਛੰਦਰਨਾਥ ਸਭ ਗੁਰੂ ਸਾਹਿਬ ਦੇ ਸੇਵਕ ਨੇ। ਜਿਨ ਕਲ ਰਾਖੀ ਮੇਰੀ, ਸਭ ਤੋਂ ਵੱਡਾ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਗੁਰੂ ਰਾਮਦਾਸ ਸਾਨੂੰ ਮਿਲਿਆ, ਜਿਹਨੇ ਕਲਯੁਗ ਦੇ ਵਿੱਚ ਮੇਰੀ ਇੱਜ਼ਤ ਪੱਤ ਰੱਖਣਾ ਕੀਤੀ ਹੈ। ਤੁਸੀਂ ਵੀ ਆਪ ਦੀ ਇੱਜ਼ਤ ਚਾਹੁੰਦੇ ਹੋ ਤਾਂ ਕੋਈ ਵੀ ਮੁਸ਼ਕਿਲ ਆਵੇ, ਡੇਲੀ ਤਾਂ ਅਰਦਾਸ ਕਰਨੀ ਹੈ। ਕੋਈ ਵੀ ਮੁਸ਼ਕਿਲ ਪਤਾ ਹੋਵੇ ਵੀ ਆਹ ਦੁੱਖ ਆਉਣ ਵਾਲਾ ਜਾਂ ਬਿਪਤਾ ਪੈਣ ਵਾਲੀ ਹੈ, ਜੋ ਤੁਹਾਡਾ ਨਿਤਨੇਮ ਹੈ, ਕੋਈ ਵੀ ਹੈ, ਥੋੜ੍ਹਾ ਹੈ ਜਾਂ ਬਹੁਤਾ ਹੈ, ਉਹਨਾਂ ਕੁ ਕਰਕੇ ਜਿੱਥੇ ਵੀ ਹੋ ਗੁਰਦੁਆਰੇ ਵੱਲ ਮੂੰਹ ਕਰਕੇ ਧਿਆਨ ਧਰ ਕੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰ ਦਿਓ ਕਿ ਮਹਾਰਾਜ ਤੂੰ ਜਾਣੇ, ਤੇਰਾ ਕੰਮ ਜਾਣੇ, ਵੀ ਸਾਡੇ 'ਤੇ ਵੱਸੋਂ ਬਾਹਰ। ਅਤੇ ਫਿਰ ਗੁਰੂ ਮਹਾਰਾਜ ਨਹੀਂ ਮਰਨ ਦਿੰਦੇ। ਤੋ ਇਸ ਤਰ੍ਹਾਂ ਇੱਜ਼ਤ ਪੱਤ ਬਚਾਉਣੀ ਆਪ ਦੇ ਹੱਥ ਨਹੀਂ, ਗੁਰੂ ਨੂੰ ਸਮਰਪਿਤ ਹੋਈਏ। ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਬਾਈਐ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾਨ ਦਾ ਅਰਥ ਹੀ ਇਹ ਹੈ, ਕਿਰਪਾ ਜਮਾ ਆਣ, ਕਿਰਪਾ ਵੀ ਕਰਦੇ ਨੇ, ਆਣ ਸ਼ਾਨ ਵੀ ਬਰਕਰਾਰ ਰੱਖਦੇ ਨੇ। ਜਿਨ੍ਹਾਂ ਕਿਰਪਾਨ ਪਰਵਾਈ ਹੈ ਉਹ ਆਪ ਹੀ ਰਕਸ਼ਾ ਕਰਦੇ ਹਨ। ਭੁੱਲਾਂ ਚੁੱਕਿਆ ਖਿਮਾ ਕਰਨੀਆਂ ਜੀ, ਅੱਗੇ ਤੋਂ ਸਮਤ ਬਖਸ਼ਨੇ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਜੀ ਕਾ